Hello students, our topic is rectifier. Students, ਅੱਜ ਦਾ ਟੌਪਿਕ ਆਪਣਾ ਰੈਕਟੀਫਾਇਰ ਆ। ਰੈਕਟੀਫਾਇਰ ਕੀ ਹੁੰਦਾ ਆ? ਜਿਹੜਾ AC ਨੂੰ DC 'ਚ ਕਨਵਰਟ ਕਰਦਾ ਉਹਨੂੰ ਆਪਾਂ ਰੈਕਟੀਫਾਇਰ ਕਹਿੰਦੇ ਆ। ਰੈਕਟੀਫਾਇਰ ਬੇਸਿਕਲੀ ਆਪਾਂ ਦੋ ਤਰ੍ਹਾਂ ਦੇ ਪੜਾਂਗੇ ਇਸ ਟੌਪਿਕ ਦੇ ਵਿੱਚ। ਇੱਕ ਹੁੰਦਾ ਹਾਫ ਵੇਵ ਰੈਕਟੀਫਾਇਰ, ਦੂਸਰਾ ਹੁੰਦਾ ਆ ਫੁੱਲ ਵੇਵ ਰੈਕਟੀਫਾਇਰ। ਹਾਫ ਵੇਵ ਦੇ ਵਿੱਚ ਕੀ ਹੁੰਦਾ ਆ ਕਿ ਆਪਣੇ AC ਸਪਲਾਈ ਆ ਰਹੀ ਹੁੰਦੀ ਆ ਅਤੇ ਉਹ ਖਿੱਚ ਕੀ ਆ ਰੈਕਟੀਫਾਈ ਡਾਇਡ ਥਰੂ ਜਦੋਂ ਪਾਸ ਕਰਦੀ ਆ ਅਤੇ ਜਿਹੜਾ ਸਿਗਨਲ ਆ AC ਤੋਂ DC 'ਚ ਕਨਵਰਟ ਕਰ ਦਿੰਦਾ ਹੈਗਾ। ਹਾਫ ਵੇਵ ਕਿਉਂ ਕਹਿੰਦੇ ਆ? ਕਿਉਂਕਿ ਉਹ ਇਕੱਲੀ ਕੀ ਆ ਜਿਹੜੀ AC ਦੀ ਪੋਜ਼ੀਟਿਵ ਵੇਵ ਆ ਉਹਨੂੰ ਪਿਕ ਕਰਦਾ ਹੈਗਾ ਅਤੇ ਦੂਸਰੀ ਨੂੰ ਉਹ ਪਿਕ ਨਹੀਂ ਕਰਦਾ ਹੈਗਾ। ਇਸ ਕਰਕੇ ਉਹਨੂੰ ਨੋਨ ਕੰਟੀਨਿਊਸ ਸਿਗਨਲ ਵੀ ਕਹਿੰਦੇ ਹੈਗੇ ਆ ਹਾਫ ਵੇਵ ਰੈਕਟੀਫਾਇਰ ਨੂੰ। ਜਿਹੜਾ ਫੁੱਲ ਵੇਵ ਰੈਕਟੀਫਾਇਰ ਹੁੰਦਾ ਆ ਇਹ ਗਾਂਹ ਦੋ ਤਰ੍ਹਾਂ ਦੇ ਹੁੰਦੇ। ਇੱਕ ਹੁੰਦਾ ਸੈਂਟਰ ਟੈਪ ਰੈਕਟੀਫਾਇਰ, ਇੱਕ ਹੁੰਦਾ ਬ੍ਰਿਜ ਟਾਈਪ ਰੈਕਟੀਫਾਇਰ। ਸੈਂਟਰ ਟੈਪ ਦੇ ਵਿੱਚ ਦੋ ਡਾਇਡ ਲੱਗੇ ਹੁੰਦੇ ਆ ਅਤੇ ਆਪਣੇ ਬ੍ਰਿਜ ਰੈਕਟੀਫਾਇਰ ਦੇ ਵਿੱਚ ਆਪਣੇ ਚਾਰ ਡਾਇਡ ਲੱਗੇ ਹੁੰਦੇ ਆ। ਤੁਸੀਂ ਅੱਗੇ ਜਿੱਦਾਂ ਮੈਂ ਸਲਾਈਡਸ ਅੱਗੇ ਵਧੀ ਜਾਓਗੇ ਤੁਸੀਂ ਦੇਖੀ ਜਾਓਗੇ ਕੀ ਹੋ ਰਿਹਾ ਹੈ। ਪਹਿਲਾਂ ਇੰਟਰੋਡਕਸ਼ਨ ਆਪਾਂ ਕਰ ਲੈਂਦੇ ਹੈਗੇ ਆ। Rectifier is an electrical device that converts alternating current to direct current. The process is called rectification. Input can be single or multi-phase. Output can be made fixed or variable. मतलब कि rectifier ਕੀ ਹੈਗਾ ਆ? ਇਲੈਕਟ੍ਰੀਕਲ ਡਿਵਾਈਸ ਆ ਕੀ ਕਰਦਾ ਹੈਗਾ, ਅਲਟਰਨੇਟਿੰਗ ਕਰੰਟ ਨੂੰ DC ਕਰੰਟ ਦੇ ਵਿੱਚ ਚੇਂਜ ਕਰ ਦਿੰਦਾ ਹੈਗਾ। ਇਹ ਪ੍ਰੋਸੈਸ ਨੂੰ ਆਪਾਂ ਕੀ ਕਹਿੰਦੇ ਆ? ਰੈਕਟੀਫਿਕੇਸ਼ਨ ਕਹਿੰਦੇ ਆ। ਇਹਦੇ ਵਿੱਚ ਦੱਸਦਾ ਕਿ ਇਨਪੁੱਟ ਜਿਹੜੀ ਆ ਉਹ ਸਿੰਗਲ ਫੇਸ ਵੀ ਹੋ ਸਕਦੀ ਹੈ ਜਾਂ 3 ਫੇਸ ਵੀ ਹੋ ਸਕਦੀ ਹੈਗੀ ਆ। ਅਤੇ ਆਊਟਪੁੱਟ ਵਿੱਚ ਵੀ ਆਪਾਂ ਕਹਿੰਦੇ ਆ ਕਿ ਫਿਕਸ ਵੀ ਆਊਟਪੁੱਟ ਰੱਖ ਸਕਦੇ ਹਾਂ ਅਤੇ ਵੇਰੀਏਬਲ ਵੀ ਰੱਖ ਸਕਦੇ ਹੈਗੇ। ਐਪਲੀਕੇਸ਼ਨ ਕਿੱਥੇ ਕਿੱਥੇ ਆਪਾਂ ਯੂਜ਼ ਕਰਦੇ ਹਾਂ? DC ਵੈਲਡਰ, ਮਤਲਬ ਜਿੱਥੇ ਵੈਲਡਿੰਗ ਦੀ ਜ਼ਰੂਰਤ ਹੋਵੇ ਉੱਥੇ ਆਪਾਂ ਰੈਕਟੀਫਾਇਰ ਯੂਜ਼ ਕਰਦੇ। DC ਮੋਟਰ ਡਰਾਈਵ ਦੇ ਵਿੱਚ, ਬੈਟਰੀ ਚਾਰਜਰ ਦੇ ਵਿੱਚ, DC ਪਾਵਰ ਸਪਲਾਈ ਦੇ ਵਿੱਚ, HVDC ਦੇ ਵਿੱਚ ਆਪਾਂ ਯੂਜ਼ ਕਰਦੇ ਹਾਂ। ਇਹ ਸਾਰੀਆਂ ਤੁਹਾਡੀ ਐਪਲੀਕੇਸ਼ਨਸ ਆ। DC ਵੈਲਡਰ, DC ਮੋਟਰ ਡਰਾਈਵ, ਬੈਟਰੀ ਚਾਰਜਰ, DC ਪਾਵਰ ਸਪਲਾਈ ਜਾਂ ਹਾਈ ਵੋਲਟੇਜ HVDC, ਮਤਲਬ ਹਾਈ ਵੋਲਟੇਜ DC। ਰੈਕਟੀਫਾਇਰ ਸਰਕਿਟਸ, ਸਿੰਗਲ ਫੇਸ ਰੈਕਟੀਫਾਇਰ, ਇਹਦੇ ਵਿੱਚ ਆ ਜਾਂਦਾ ਹਾਫ ਵੇਵ ਰੈਕਟੀਫਿਕੇਸ਼ਨ ਅਤੇ ਫੁੱਲ ਵੇਵ ਰੈਕਟੀਫਿਕੇਸ਼ਨ। ਅਤੇ 3 ਫੇਸ ਰੈਕਟੀਫਾਇਰ ਦੇ ਵਿੱਚ ਵੀ ਆ ਜਾਂਦਾ 3 ਫੇਸ ਹਾਫ ਵੇਵ ਸਰਕਿਟ, 3 ਫੇਸ ਫੁੱਲ ਵੇਵ ਸਰਕਿਟ। ਜਿਹੜਾ ਆਪਣਾ ਡਿਪਲੋਮੇ ਦੇ ਸਿਲੇਬਸ ਦੇ ਵਿੱਚ ਇਕੱਲਾ ਹੀ ਆ ਸਿੰਗਲ ਫੇਸ ਸਰਕਿਟ ਹੀ ਆ ਰੈਕਟੀਫਾਇਰ ਹੀ ਆਪਾਂ ਕਰਨੇ ਆ, 3 ਫੇਸ ਰੈਕਟੀਫਾਇਰ ਨਹੀਂ ਕਰਨੇ ਹੈਗੇ। Single phase rectifier are in use both as low power standalone converters up to some kilowatts and as a output stage in switched mode power supplies for domestic equipment. ਤੇ ਜਿਹੜੇ multi-phase rectifier ਕਿੱਥੇ ਯੂਜ਼ ਹੁੰਦੇ? supplies the direct current at very low ripple and very stable to the load for most industrial and high power applications. As with single phase rectifiers, 3 phase rectifiers can take the form of a half wave circuit, a full wave circuit using a center tap transformer or a full wave bridge circuit. ਹੁਣ ਇਹ ਆ ਗਿਆ ਸਿੰਗਲ ਫੇਜ਼ ਰੈਕਟੀਫਿਕੇਸ਼ਨ। ਤੁਸੀਂ ਦੇਖਦੇ ਪਏ ਹੈਗੇ ਇਹਦੇ ਵਿੱਚ ਇੱਕ ਪਾਸੇ AC ਵੋਲਟੇਜ ਸੋਰਸ ਲੱਗਾ, ਲੋਡ ਦੇ ਵਿੱਚ ਆਪਾਂ ਲੋਡ ਲਾਇਆ ਹੋਇਆ, ਗੱਬੇ ਕੀ ਲੱਗਾ, ਇੱਕ ਡਾਇਡ ਲੱਗਾ ਹੈਗਾ। ਜਿਹੜੀ AC ਵੇਵ ਫੋਰਮ ਆ ਦੇਖੋ ਇੱਧਰ ਆਊਟਪੁੱਟ ਦੇ ਵਿੱਚ ਕਿੱਦਾਂ ਚੇਂਜ ਹੁੰਦੀ ਪਈ ਹੈ। ਆਪਾਂ ਕੀ ਆ ਜਿਹੜੀ ਆ ਵੇਵ ਫੋਰਮ ਕਿੱਥੇ ਚੈੱਕ ਕਰਦੇ? ਓਸੀਲੋਸਕੋਪ ਇੱਕ ਇੰਸਟਰੂਮੈਂਟ ਹੁੰਦਾ, ਉਹਦੇ ਵਿੱਚ ਆਪਾਂ ਚੈੱਕ ਕਰਦੇ ਪਏ ਹੈਗੇ ਆ ਵੇਵ ਫੋਰਮ। ਠੀਕ ਆ। ਦ ਹਾਰਮੋਨਿਕ ਕੰਟੈਂਟ ਆਫ ਦ ਰੈਕਟੀਫਾਇਰਸ ਆਊਟਪੁੱਟ ਵੇਵ ਫੋਰਮ ਇਜ਼ ਵੈਰੀ ਲਾਰਜ ਐਂਡ ਕੌਨਸੀਕੁਐਂਟਲੀ ਡਿਫੀਕਲਟ ਟੂ ਫਿਲਟਰ। ਹਾਰਮੋਨਿਕਸ ਇਹਦੇ ਵਿੱਚ ਆ ਜਾਂਦੇ ਆ। ਹਾਰਮੋਨਿਕਸ ਕਾਈਂਡ ਆਫ ਲੌਸਿਸ ਹੁੰਦੇ ਆ ਜਿਹੜੇ ਕਿ ਆਫਟਰ ਰੈਕਟੀਫਿਕੇਸ਼ਨ ਜਦੋਂ ਆਪਾਂ ਕਰੀਏ ਅਤੇ
ਆਪਣੇ ਆਊਟਪੁੱਟ ਦੇ ਵਿੱਚ ਆ ਜਾਂਦੇ ਹੈਗੇ ਆ। ਆਹ ਹੈਗਾ ਐਕਚੁਅਲ ਡਾਇਗਰਾਮ ਤੁਹਾਡਾ। ਪਾਵਰ ਸਪਲਾਈ ਨੂੰ VS ਲਿਖਿਆ, ਡਾਇਡ ਲਿਖਿਆ ਹੋਇਆ, ਤੇ ਆਪਣਾ ਲੋਡ ਲਾਇਆ RL। Single diode rectifier is connected across an alternating voltage source VS. Since the diode only conducts when the anode is positive with respect to cathode, current will flow only during the positive half cycle of the input voltage। मतलब कि ਇੱਥੇ ਕੀ ਆ, ਸਿੰਗਲ ਡਾਇਡ ਹੀ ਆਪਾਂ ਕੀ ਆ ਯੂਜ਼ ਕੀਤਾ ਹੋਇਆ ਹੈਗਾ। ਸਿੰਗਲ ਡਾਇਡ ਮਤਲਬ ਯੂਜ਼ ਕਰਨ ਦਾ ਕੀ ਆ, ਇਕੱਲਾ ਜਿਹੜਾ ਇਹ AC ਸਿਗਨਲ ਜਿਹੜਾ ਪੋਜ਼ਿਟਿਵ ਹਾਫ ਵੇਵ ਆ ਸਿਰਫ ਉਹੀ ਯੂਜ਼ ਇਹਨੇ ਕਰਨੀ ਹੈਗੀ ਆ, ਅਤੇ ਨੈਗੇਟਿਵ ਹਾਫ ਵੇਵ ਇਹਨੇ ਯੂਜ਼ ਨਹੀਂ ਕਰਨੀ ਹੈਗੀ। ਇਸ ਕਰਕੇ ਇਹਦਾ ਹਾਫ ਸਾਈਕਲ ਹੀ ਆਪਣੇ ਕੋਲ ਆਉਣਾ, ਇਸ ਕਰਕੇ ਇਹਦਾ ਨਾਮ ਕੀ ਪੈ ਗਿਆ, ਹਾਫ ਵੇਵ। ਮਤਲਬ ਇੱਕ ਵੇਵ ਹੀ ਆਉਂਦੀ ਹੈ, ਇਸ ਕਰਕੇ ਇਹਦਾ ਨਾਮ ਕੀ ਪੈ ਗਿਆ, ਹਾਫ ਵੇਵ ਰੈਕਟੀਫਾਇਰ। ਚੀਜ਼ਾਂ ਨੋਟ ਕਰਨ ਵਾਲੀਆਂ ਦੇ ਵਿੱਚ ਕੀ ਹੈ, ਡਾਇਗਰਾਮ ਸਭ ਤੋਂ ਮੇਨ ਇੰਪੋਰਟੈਂਟ ਡਾਇਗਰਾਮ ਹੁੰਦਾ ਹੈ। ਉਸ ਤੋਂ ਬਾਅਦ ਤੁਸੀਂ ਥਿਊਰੀ ਲਿਖਣੀ ਹੈਗੀ ਡਾਇਗਰਾਮ ਕੰਪਲੀਸ਼ਨ ਤੋਂ ਬਾਅਦ। ਹੋਰ ਇਹਦੇ ਵਿੱਚ ਕੀ ਦੱਸਦਾ ਹੈਗਾ, ਡਿਊਰਿੰਗ ਦਾ ਪੋਜ਼ਿਟਿਵ ਹਾਫ ਸਾਈਕਲ of the source, the ideal diode is forward biased and operate as a closed switch. The source voltage is directly connected across the load. During the negative half cycle, the diode is reverse biased and act as a open switch। मतलब कि ਕੀ ਕਹਿੰਦਾ ਹੈਗਾ, ਜਦੋਂ ਕਿ ਪੋਜ਼ਿਟਿਵ ਹਾਫ ਸਾਈਕਲ ਹੁੰਦਾ ਆ ਉਦੋਂ ਕੀ ਆ, ਜਿਹੜਾ ਡਾਇਡ ਹੁੰਦਾ ਆ ਉਹ ਫੋਰਵਰਡ ਬਾਇਸ ਹੁੰਦਾ ਹੈਗਾ, ਅਤੇ ਕੀ ਆ ਕਲੋਜ਼ ਦਾ ਸਵਿੱਚ ਔਨ ਕਰੀਏ ਆਪਾਂ, ਅਤੇ ਆਪਾਂ ਅਗਰ ਘਰਾਂ 'ਚ ਜਿਹੜੇ ਸਵਿੱਚ ਲੱਗੇ ਆਪਾਂ ਔਨ ਕਰੀਏ ਤਾਂ ਆਪਣਾ, ਅਗਰ ਟਿਊਬ ਔਨ ਕਰਾਂਗੇ ਟਿਊਬ ਔਨ ਹੋ ਜਾਂਦੀ ਹੈ, ਪੱਖਾ ਔਨ ਕਰਾਂਗੇ ਤਾਂ ਪੱਖਾ ਔਨ ਹੋ ਜਾਂਦਾ ਹੈ। ਇੱਦਾਂ ਹੀ ਕੀ ਹੈ, ਜਦੋਂ ਫੋਰਵਰਡ ਬਾਇਸ ਹੁੰਦਾ ਹੈ ਅਤੇ ਆਪਣਾ ਕੀ ਕਰਦਾ ਹੈਗਾ, ਇਹ ਪੋਜ਼ਿਟਿਵ ਹਾਫ ਸਾਈਕਲ ਕੀ ਕਰਦਾ, ਐਜ਼ ਏ ਕਲੋਜ਼ ਸਵਿੱਚ ਓਪਰੇਟ ਕਰਦਾ ਹੈਗਾ। ਕਲੋਜ਼ ਸਵਿੱਚ ਓਪਰੇਟ ਕਰਨ ਕਰਕੇ ਆਪਣੇ ਉਹ ਕੀ ਆ, ਆਊਟਪੁੱਟ ਦੇ ਵਿੱਚ ਹਾਫ ਸਾਈਕਲ ਦੀ ਵੇਵ ਫੋਰਮ ਆ ਜਾਂਦੀ। ਲੇਕਿਨ ਜਦੋਂ ਨੈਗੇਟਿਵ ਹਾਫ ਸਾਈਕਲ ਇਹ ਆਪਣੇ ਡਾਇਡ ਦੇ ਕੋਲ ਜਾਂਦਾ ਹੈਗਾ, ਅਤੇ ਡਾਇਡ ਕੀ ਹੋ ਜਾਂਦਾ, ਰਿਵਰਸ ਬਾਇਸ ਹੋ ਜਾਂਦਾ, ਅਤੇ ਆਪਣੇ ਐਕਟ ਕੀ ਆ, ਓਪਨ ਸਵਿਚ ਮਤਲਬ ਆਫ ਸਵਿਚ ਐਕਟ ਕਰਦਾ, ਮਤਲਬ ਚੱਲਦਾ ਨਹੀਂ ਹੈਗਾ। The source voltage is disconnected from the load as no current flows through the load. The voltage V naught is 0. Both the load voltage and current are of one polarity and hence said to be rectified। ਕਹਿਣ ਦਾ ਮਤਲਬ ਹੈਗਾ, ਜਿਹੜਾ ਕਿ AC ਵੇਵ ਫੋਰਮ ਹੁੰਦੀ ਆ, ਦੋ ਸਾਈਕਲ ਹੁੰਦੇ, ਇੱਕ ਉੱਪਰਲਾ ਸਾਈਕਲ ਨੂੰ ਆਪਾਂ ਪੋਜ਼ਿਟਿਵ ਵੇਵ ਫੋਰਮ ਕਹਿੰਦੇ, ਜਿਹੜਾ ਨੀਚਲਾ ਸਾਈਕਲ ਹੁੰਦਾ ਉਹਨੂੰ ਆਪਾਂ ਕੀ ਕਹਿੰਦੇ, ਨੈਗੇਟਿਵ ਵੇਵ ਫੋਰਮ ਕਹਿੰਦੇ ਆ। ਜਦੋਂ ਪੋਜ਼ਿਟਿਵ ਸਾਈਕਲ ਜਾਂਦਾ ਤਾਂ ਫੋਰਵਰਡ ਬਾਇਸ ਹੋ ਜਾਂਦਾ ਹੈਗਾ, ਅਤੇ ਨੈਗੇਟਿਵ ਸਾਈਕਲ ਡਾਇਡ ਦੇ ਕੋਲ ਜਾਂਦਾ ਤਾਂ ਉਹ ਡਾਇਡ ਕੀ ਹੁੰਦਾ, ਰਿਵਰਸ ਬਾਇਸ ਹੋ ਜਾਂਦਾ। ਫੋਰਵਰਡ ਬਾਇਸ 'ਚ ਡਾਇਡ ਕੰਮ ਕਰਦਾ, ਰਿਵਰਸ ਬਾਇਸ 'ਚ ਡਾਇਡ ਕੰਮ ਨਹੀਂ ਕਰਦਾ, ਇਸ ਕਰਕੇ ਆਪਣੇ ਕੋਲ ਇੱਕ ਹੀ ਵੇਵ ਫੋਰਮ ਆਉਂਦੀ ਹੈਗੀ ਆ। ਆ ਗਿਆ ਤੁਹਾਡੇ ਕੋਲ ਵੇਵ ਫੋਰਮ ਦੀ ਸ਼ਕਲ ਆ ਗਈ। ਆ ਉੱਪਰ ਦਿੱਤਾ ਹੋਇਆ ਸੋਰਸ ਵੋਲਟੇਜ ਮਤਲਬ AC ਵੋਲਟੇਜ ਦਿੱਤੀ ਹੋਈ ਹੈਗੀ ਆ, ਨੀਚੇ ਕੀ ਦਿੱਤੀ ਹੋਈ ਆ, ਆਊਟਪੁੱਟ ਵੋਲਟੇਜ ਦਿੱਤੀ ਹੋਈ ਹੈ। ਸਿਰਫ ਕੀ ਆ, ਉਹ ਅੱਪਰ ਸਾਈਕਲ ਹੀ ਓਪਰੇਟ ਕਰਦਾ ਫਿਰ ਨੀਚਲੇ ਸਾਈਕਲ 'ਤੇ ਓਪਰੇਟ ਨਹੀਂ ਕਰਦਾ ਪਿਆ ਹੈਗਾ। The output voltage varies between the peak voltage and 0 in each cycle. This variation is called ripple and the corresponding voltage is called the peak to peak ripple voltage। ਰਿਪਲ ਉਹੀ ਹੁੰਦਾ ਆ ਜਿੱਦਾਂ ਕਿ ਕੋਈ ਨਾ ਕੋਈ ਇਹਦੇ ਵਿੱਚ ਕੀ ਆ, ਥੋੜ੍ਹੀ ਹਾਰਮੋਨਿਕਸ ਬਚ ਜਾਂਦੀ, ਡਿਸਟਰਬੈਂਸ ਹੋਣੀ ਸ਼ੁਰੂ ਹੋ ਜਾਂਦੀ, ਉਹਨੂੰ ਚੀਜ਼ ਨੂੰ ਆਪਾਂ ਕੀ ਕਹਿੰਦੇ ਆ, ਰਿਪਲ ਕਹਿੰਦੇ ਹੈਗੇ। ਹੁਣ ਫੁੱਲ ਵੇਵ ਰੈਕਟੀਫਾਇਰ ਆ ਗਿਆ ਆ। ਫੁੱਲ ਵੇਵ ਰੈਕਟੀਫਾਇਰ ਦੇ ਵਿੱਚ ਵੀ ਨਾ ਇਹੀ ਦੱਸਿਆ, ਦਾ ਸਰਕਿਟ ਵਿੱਚ ਕਨਵਰਟਸ ਅਲਟਰਨੇਟਿੰਗ ਕਰੰਟ ਇਨਟੂ ਡਾਇਰੈਕਟ ਕਰੰਟ ਦਾ ਨਾਮ ਰੈਕਟੀਫਾਇਰ ਆਪਾਂ ਨੂੰ ਪਤਾ ਹੀ ਆ। If such rectifier rectify both the positive and negative half cycle of an input alternating waveform, the rectifier are referred as full wave rectifier. Alternatively, we can say a rectifier is a device that converts AC to DC. It does it by using a diode or group of diodes. We know that a diode permits
current only in one direction and blocks the current in other direction. We use this principle to construct various rectifier. ਹੁਣ full wave ਆਪਾਂ rectifier ਕਰਨ ਜਾ ਰਹੇ ਹਾਂ. When we use half wave rectifier, a significant amount of power gets wasted as the only one half cycle of each cycle passes through and the cycle gets blocked. ਕਹਿੰਦਾ ਕਿ ਜਦੋਂ ਆਪਾਂ ਹਾਫ ਵੇਵ ਰੈਕਟੀਫਾਇਰ ਯੂਜ਼ ਕਰਦੇ ਹਾਂ ਤੇ ਮੋਸਟ ਆਫ ਦੀ ਪਾਵਰ ਕੀ ਹੈ ਵੇਸਟ ਹੋ ਜਾਂਦੀ ਹੈ, ਕਿਉਂਕਿ ਇੱਕ ਹੀ ਸਾਈਕਲ 'ਚ ਯੂਜ਼ ਹੁੰਦਾ ਹੈਗਾ, ਜਿਹੜਾ ਦੂਸਰਾ ਸਾਈਕਲ ਹੁੰਦਾ ਯੂਜ਼ ਨਹੀਂ ਹੁੰਦਾ ਹੈਗਾ. ਮੋਰ ਓਵਰ ਦਾ ਹਾਫ ਵੇਵ ਰੈਕਟੀਫਾਇਰ ਇਜ਼ ਨੋਟ ਐਫੀਸ਼ੀਐਂਟ and we cannot use it for application which need a smooth and steady DC output. ਮਤਲਬ ਕਿ ਹਾਫ ਵੇਵ ਰੈਕਟੀਫਾਇਰ ਆ ਕਿ ਇੰਨਾ ਐਫੀਸ਼ੀਐਂਟ ਵੀ ਨਹੀਂ ਹੈਗਾ, ਮਤਲਬ ਕੰਮ ਕਰਨ ਦੀ ਸ਼ਮਤਾ ਇੰਨੀ ਨਹੀਂ ਹੁੰਦੀ, ਸਿਰਫ 40% ਹੀ ਉਹਦੀ ਕੰਮ ਕਰਨ ਦੀ ਸ਼ਮਤਾ ਹੁੰਦੀ ਆ. ਅਤੇ ਨਾਲ ਹੀ ਜਿਹੜੀ ਇਹਦੀ ਐਪਲੀਕੇਸ਼ਨ ਉਹ ਸਮੂਥ ਨਹੀਂ ਹੁੰਦੀ ਅਤੇ ਸਟੱਡੀ DC ਆਊਟਪੁੱਟ ਨਹੀਂ ਹੁੰਦੀ, ਮਤਲਬ DC ਆਊਟਪੁੱਟ ਵੀ ਵੇਰੀਏਬਲ ਆਉਂਦੀ ਹੈਗੀ ਆ. For more efficient and steady DC we will use a full wave rectifier. ਮਤਲਬ ਕਿ ਆਪਾਂ ਐਫੀਸ਼ੀਐਂਟ ਅਤੇ ਸਟੱਡੀ DC ਲਈ ਆਪਾਂ ਕੀ ਯੂਜ਼ ਕਰਦੇ ਹੈਗੇ ਆ, ਫੁੱਲ ਵੇਵ ਰੈਕਟੀਫਾਇਰ ਯੂਜ਼ ਕਰਦੇ ਹੈਗੇ. ਅਤੇ ਫੁੱਲ ਵੇਵ ਰੈਕਟੀਫਾਇਰ ਕੀ ਹੈ? ਫੁੱਲ ਵੇਵ ਰੈਕਟੀਫਾਇਰ ਕਨਵਰਟਸ both halves of each cycle of an alternating wave into pulsating DC signal. We can further classify full wave rectifier into center tapped, full wave rectifier and full wave bridge rectifier. ਮਤਲਬ ਕਿ full wave rectifier ਅਗਾਂਹ ਫਿਰ ਕੀ ਆ, ਦੋ ਤਰ੍ਹਾਂ ਦਾ ਆ ਜਾਂਦਾ ਹੈ ਕਿ center tapped rectifier ਅਤੇ ਦੂਸਰਾ ਕਿਹੜਾ ਹੈਗਾ full wave bridge rectifier. ਆ ਗਿਆ ਤੁਹਾਡਾ center tapped rectifier. ਇਹਦੇ ਵਿੱਚ ਦੇਖੋ ਇੱਕ ਪ੍ਰਾਇਮਰੀ ਵਾਈਂਡਿੰਗ ਇੱਕ ਸੈਕੰਡਰੀ ਵਾਈਂਡਿੰਗ ਕੀਤੀ ਹੋਈ ਆ. ਇਹ ਬਿਲਕੁਲ ਹੀ ਟਰਾਂਸਫਾਰਮਰ ਦੀ ਤਰ੍ਹਾਂ ਬਣਾਇਆ ਹੋਇਆ ਅਤੇ ਗੱਬੇ ਕੀ ਆ ਕੋਰ ਲੱਗੀ ਹੋਈ ਆ. ਅਤੇ ਜਿੱਥੇ ਲੋਡ ਵੀ ਆਪਾਂ ਕੀ ਲਾਇਆ ਸੈਂਟਰ ਦੇ ਵਿੱਚ ਲਾਇਆ, ਇਹਨੂੰ ਕਿਸ ਸੈਂਟਰ ਟੈਪਡ ਕਹਿੰਦੇ ਹੈਗੇ. ਦੋ ਇਹਦੇ ਕੀ ਆ ਡਾਇਡ ਆ, ਇੱਕ D1 ਇੱਕ D2. ਇੱਧਰੋਂ AC ਵੋਲਟੇਜ ਇਨਪੁੱਟ 'ਚ AC ਦਿੱਤੀ ਤਾਂ ਆਊਟਪੁੱਟ 'ਚ ਆਪਾਂ ਨੂੰ ਕੀ DC ਮਿਲ ਰਹੀ ਆ ਫੁੱਲ ਵੇਵ. ਇਹ ਆ ਗਿਆ ਆਪਣਾ ਸੈਂਟਰ ਟੈਪਡ ਇਹ ਹੈ ਫੁੱਲ ਵੇਵ ਬ੍ਰਿਜ ਰੈਕਟੀਫਾਇਰ, ਜਿਹੜਾ ਦਿਖਦੇ ਵੀ ਤੁਸੀਂ ਆਹ ਵਾਲਾ ਬ੍ਰਿਜ ਰੈਕਟੀਫਾਇਰ. ਇਹਦੇ ਵਿੱਚ 4 ਡਾਇਡ ਲੱਗੇ ਆ D1 D2 D3 D4. ਐਟ ਏ ਟਾਈਮ ਕੋਈ 2 ਡਾਇਡ ਹੀ ਕੰਮ ਕਰਦੇ, ਬਿਲਕੁਲ ਓਪੋਜ਼ਿਟ ਵਾਲੇ 2 ਡਾਇਡ ਕੰਮ ਕਰਦੇ ਹੁੰਦੇ ਆ. ਜਦੋਂ ਹਾਫ ਵੇਵ ਆਪਣੀ ਪੋਜ਼ੀਟਿਵ ਵੇਵ ਆਉਂਗੀ D1 ਅਤੇ D4 ਕੰਮ ਕਰੂੰਗੇ, ਜਦੋਂ ਨੈਗੇਟਿਵ ਵੇਵ ਆਉਂਗੀ D2 ਅਤੇ D3 ਕੰਮ ਕਰੂੰਗੇ ਇਹਦੇ ਵਿੱਚ. Center tap transformer. It is a normal transformer with one slight modification. It has an addition wire connected to exact center of the secondary winding. This type of construction divides the AC voltage into two equal and opposite voltages, namely positive voltage VA and negative voltage VB. The total output voltage is V is equal to VA plus VB. This is the diagram of center tapped rectifier. Total voltage कितनी आई नहीं अपनी V is equal to VA plus VB. ਆ ਗਿਆ ਤੁਹਾਡਾ ਜੀ ਡਾਇਗਰਾਮ, ਸਰਕਟ ਡਾਇਗਰਾਮ. ਆ ਵਰਕਿੰਗ ਦੱਸੀ ਹੋਈ ਹੈ. ਡਿਊਰਿੰਗ ਪੋਜ਼ੀਟਿਵ ਹਾਫ ਸਾਈਕਲ D1 ਕੰਡਕਟ ਕਰਦਾ ਅਤੇ ਡਿਊਰਿੰਗ ਨੈਗੇਟਿਵ ਹਾਫ ਸਾਈਕਲ D2
ਕੀ ਕਰਦਾ ਹੈ, ਕੰਡਕਟ ਕਰਦਾ ਹੈ। When we apply an AC voltage to the input transformer during the positive half cycle of the AC voltage, terminal 1 will be positive, center tap will be at zero potential, and terminal 2 will be negative potential. This will lead to forward bias in diode D1 and cause the current to flow through it. During this time, diode D2 is in reverse bias and will block the current through it. ਠੀਕ ਆ, ਪੋਜ਼ਿਟਿਵ ਸਾਈਕਲ ਵੱਲ D1 ਨਹੀਂ ਕੰਡਕਟ ਕਰਦਾ ਪਿਆ ਹੈਗਾ ਅਤੇ D2 ਕੀ ਕਰਦਾ ਹੈਗਾ, ਰਿਵਰਸ ਬਾਇਸ ਹੁੰਦਾ ਅਤੇ ਕਰੰਟ ਨੂੰ ਕੀ ਕਰਦਾ, ਬਲੌਕ ਕਰ ਦਿੰਦਾ ਹੈਗਾ। ਅਤੇ ਜਦੋਂ ਨੈਗੇਟਿਵ ਹਾਫ ਸਾਈਕਲ ਜਾਂਦਾ ਹੈਗਾ ਇਹਨਾਂ ਦੇ ਵਿਚਕਾਰ, ਡਾਇਟ ਦੇ ਵਿਚਕਾਰ, ਅਤੇ ਟਰਮੀਨਲ T2 will become positive with relative to terminal T2 and center tap. This will lead to forward bias in diode D2 and cause current to flow through it. During this time, diode D1 is in reverse bias and will block current through it. ਮਤਲਬ ਕਿ ਜਦੋਂ ਨੈਗੇਟਿਵ ਸਾਈਕਲ ਜਾਂਦਾ ਆ ਅਤੇ ਡਾਇਡ D2 ਉਹ ਕੀ ਕਰਦਾ ਹੈਗਾ ਆ, ਫੋਰਵਰਡ ਬਾਇਸ ਹੋ ਜਾਂਦਾ। ਪਹਿਲੇ ਕੇਸ ਦੇ ਵਿੱਚ D1 ਫੋਰਵਰਡ ਬਾਇਸ ਹੋਣਾ, ਦੂਸਰੇ ਕੇਸ ਦੇ ਵਿੱਚ ਡਾਇਡ D2 ਫੋਰਵਰਡ ਬਾਇਸ ਹੋ ਜਾਂਦਾ ਅਤੇ ਇੱਦਾਂ ਆਪਣਾ ਕੀ ਹੈ, ਸਾਈਕਲ ਵਰਕ ਕਰਦਾ। ਜਿੱਦਾਂ ਕਿ ਆ ਲਿਖਿਆ ਹੋਇਆ ਸਮਰੀ ਇੱਕ ਤਰ੍ਹਾਂ ਦੀ ਆ, ਡਿਊਰਿੰਗ ਦਾ ਪੋਜ਼ਿਟਿਵ ਸਾਈਕਲ diode D1 conducts and during negative cycle diode D2 conducts and during positive cycle, and as a result both half cycles are allowed to pass through. The average output DC voltage here is almost twice of the DC output voltage of a half wave rectifier. This is the output waveforms. ਕਿ D1 ਦੀ ਦਿੱਤੀ ਹੈ, D2 ਦੀ ਦਿੱਤੀ, ਟੋਟਲ ਆਪਾਂ ਇਹਨਾਂ ਨੂੰ ਕੰਬਾਈਨ ਕਰ ਦੇਣਾ, ਆਪਣੇ ਕੋਲ ਸਾਰੀ ਵੇਵਫਾਰਮ ਕੰਟੀਨਿਊਸ ਸਿਗਨਲ ਮਿਲਦਾ ਪਿਆ ਹੈਗਾ। ਫਿਲਟਰ ਸਰਕਟ ਲੋੜ ਨਹੀਂ ਹਜੇ ਕਰਨ ਦੀ। ਅਗਲਾ ਆ ਗਿਆ ਆਪਣਾ ਫੁੱਲ ਵੇਵ ਬ੍ਰਿਜ ਰੈਕਟੀਫਾਇਰ। A full wave bridge rectifier is a type of rectifier which will use 4 diodes or more than that in bridge formation. A full wave bridge rectifier consists of करता है 4 diodes एक तो resistive load. We use the diodes namely A, B, C, D which form a bridge circuit. The circuit diagram is as follow. देखो AC सिग्नल दिता होया ਆਪਣੇ ਬ੍ਰਿਜ ਫਾਰਮ ਦੇ ਵਿੱਚ ਆਪਾਂ ਲਾਇਆ ਹੋਇਆ ABCD 4 ਆਪਣੇ ਕੋਲ ਡਾਇਡ ਹੈਗੇ ਆ। ਪ੍ਰਿੰਸੀਪਲ ਆਫ ਫੁੱਲ ਵੇਵ ਬ੍ਰਿਜ ਰੈਕਟੀਫਾਇਰ ਤੁਹਾਨੂੰ ਦੱਸਿਆ ਸੀ ਕੋਈ ਹੈ, ਇੱਕ ਜਦੋਂ ਪੋਜ਼ਿਟਿਵ ਸਾਈਕਲ ਜਾਊਗਾ ਤਾਂ ਕੀ ਆ ਆਪਣਾ ਜਿਹੜੇ ਡਾਇਡ ਆ A ਅਤੇ C ਵਰਕ ਕਰੂੰਗੇ ਅਤੇ A ਅਤੇ C ਦੇ ਵਿੱਚ ਦੱਸਿਆ ਵੀ ਕਿੱਦਾਂ ਵਰਕ ਕਰਦਾ ਪਿਆ ਹੈਗਾ। When positive cycle, terminal 1 become positive, terminal 2 become negative. This will cause the diode A and C to become forward bias and the current will flow through it. Meanwhile, diodes B and D will become reverse biased and block current through them. The current will flow from 1 to 4, 3 to 2. ਠੀਕ ਹੈ ਨਾ। ਨੈਗੇਟਿਵ ਸਾਈਕਲ ਦੇ ਵਿੱਚ ਆਪਣਾ ਕੀ ਆ, B ਅਤੇ D ਫਲੋ ਕੰਮ ਕਰਦੇ ਪਏ ਹੈਗੇ ਆ, ਉਹਦੇ ਵਿੱਚ ਕੀ ਸੀ A ਅਤੇ C ਕਰਦੇ ਪਏ ਹੈਗੇ ਆ। ਅਤੇ ਨੈਗੇਟਿਵ ਸਾਈਕਲ ਦੇ ਵਿੱਚ ਲਿਖਿਆ ਹੋਇਆ ਕਿ ਟਰਮੀਨਲ 1 will become negative and terminal 2 become positive. This will cause the diode B and D to become forward biased and will allow current through them. At the same time, diodes A and C will be reverse biased and will block the current through them. The current will flow from 2 to 4, 4 to 3, 3 to 1. ਇਹ ਆਪਣੇ ਕੋਲ ਕੀ ਆ, ਆਊਟਪੁੱਟ ਡਾਇਗਰਾਮ ਆ ਜਾਣਾ ਹੈਗਾ। ਇਹਦੇ ਵਿੱਚ ਲਿਖਿਆ ਡਾਇਡ ਜਦੋਂ AC ਵੋਲਟੇਜ ਦਿੱਤੀ, ਡਾਇਡ A ਅਤੇ C ਕੰਮ ਕਰਦੇ ਪਏ ਹੈਗੇ ਆ ਅਤੇ ਦੂਸਰੇ ਵਿੱਚ ਡਾਇਡਸ B ਅਤੇ D ਕੰਮ ਕਰਦੇ ਪਏ ਹੈਗੇ। ਟੋਟਲ ਆਊਟਪੁੱਟ ਕਰੰਟ ਆ ਜਾਂਦਾ ਹੈ। ਠੀਕ ਆ ਗਾਈਜ਼, ਥੈਂਕ ਯੂ ਫੋਰ ਵਾਚਿੰਗ ਮਾਈ ਲੈਕਚਰ। ਅਤੇ ਅੱਜ ਦਾ ਲੈਕਚਰ ਆਪਣਾ ਇੰਨਾ ਹੀ ਸੀ। ਰੈਕਟੀਫਾਇਰ ਬੜਾ ਇੰਪੋਰਟੈਂਟ ਟੋਪਿਕ ਆ, ਮੈਕਸੀਮਮ ਟਾਈਮ ਪੇਪਰ 'ਚ ਆ ਹੀ ਜਾਂਦਾ ਹੁੰਦਾ ਹੈ। ਵਟ ਇਜ਼ ਰੈਕਟੀਫਾਇਰ
ਐਕਸਪਲੇਨ ਹਾਫ ਵੇਵ ਰੈਕਟੀਫਾਇਰ ਜਾਂ ਫੁੱਲ ਵੇਵ ਰੈਕਟੀਫਾਇਰ, ਦੋਨਾਂ ਵਿੱਚ ਇੱਕ ਆਊਗਾ। ਇਸ ਕਰਕੇ ਤੁਸੀਂ ਚੰਗੀ ਤਰ੍ਹਾਂ ਕਰ ਲਿਓ। ਅਗਰ ਤੁਹਾਨੂੰ ਕੋਈ ਵੀ ਡਾਊਟ ਹੋਇਆ ਤੁਸੀਂ ਮੇਰੇ ਨਾਲ ਕੰਸਲਟ ਕਰ ਸਕਦੇ ਆ, ਵਟਸਐਪ 'ਤੇ ਮੈਸੇਜ ਕਰ ਸਕਦੇ ਆ। ਬੁੱਕਸ ਆਪਣੀਆਂ ਪਰਚੇਜ਼ ਕਰ ਲਓ ਅਤੇ ਬੁੱਕਸ ਤੋਂ ਵੀ ਆਪਣੇ ਨੋਟਸ ਬਣਾਉਣੇ ਸ਼ੁਰੂ ਕਰ ਦਿਓ। ਅਤੇ ਅਗਰ ਤੁਹਾਨੂੰ ਹੋਰ ਵੀ ਇਨਫੋਰਮੇਸ਼ਨ ਚਾਹੀਦੀ ਤੁਸੀਂ ਮੈਨੂੰ ਵਟਸਐਪ 'ਤੇ ਕੰਟੈਕਟ ਕਰ ਸਕਦੇ ਆ। ਥੈਂਕ ਯੂ ਗਾਇਜ਼।